ਹੈਲੋ ਫਰੈਂਡਸ, ਅੱਜ ਕਹਾਣੀਕਾਰ ਮਨਜੋਤ ਮਾਵੀ ਦੀ ਕਹਾਣੀ ਤੈਨੂੰ ਤਾਂ ਵੇਸਵਾ ਹੋਣਾ ਚਾਹੀਦਾ ਸੀ ਸੁਣਾਂਗੇ। ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ। ਇੱਕ ਔਰਤ ਜੇਲ੍ਹ ਵਿੱਚ ਹੈ। ਇਸ ਨੇ ਆਪਣੇ ਪਤੀ ਦਾ ਕਤਲ ਕੀਤਾ ਹੈ। ਇਸ ਨੂੰ ਜੇਲ੍ਹ ਵਿੱਚੋਂ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ, ਪਰ ਇਹ ਲਗਾਤਾਰ ਜੇਲਰ ਨੂੰ ਰਿਕੁਐਸਟ ਕਰਦੀ ਹੈ ਕਿ ਮੈਨੂੰ ਇੱਕ ਵਾਰ ਚਰਚ ਜਾਣ ਦਿੱਤਾ ਜਾਵੇ। ਚਰਚ ਵਿੱਚ ਉਹ ਕਾਨਫਰੰਸ ਰੂਮ ਵਿੱਚ ਜਾਣਾ ਚਾਹੁੰਦੀ ਹੈ। ਭਾਵੇਂ ਉਸਦੇ ਕੀਤੇ ਗੁਨਾਹ ਦੀ ਸਜ਼ਾ ਕਾਨੂੰਨ ਨੇ ਉਸਨੂੰ ਦੇ ਦਿੱਤੀ ਹੈ, ਪਰ ਉਸਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਦੀ। ਤਾਂ ਦੋਸਤੋ, ਸ਼ੁਰੂ ਕਰਦੇ ਹਾਂ ਅੱਜ ਦੀ ਬਹੁਤ ਹੀ ਇੰਟਰਸਟਿੰਗ ਸਟੋਰੀ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਅੱਜ ਸਵੇਰੇ ਮੈਂ ਨੀਰਜ ਨੂੰ ਫੋਨ ਕੀਤਾ। ਨੀਰਜ ਦਾ ਮੈਡੀਕਲ ਸਟੋਰ ਹੈ। ਮੈਨੂੰ ਜਦੋਂ ਵੀ ਨਸ਼ੇ ਦੀਆਂ ਟੈਬਲੇਟਸ ਖਾਣ ਦੀ ਲੋੜ ਪੈਂਦੀ ਹੈ, ਨੀਰਜ ਇੱਕ ਛੋਟੇ ਜਿਹੇ ਲਿਫਾਫੇ ਵਿੱਚ 2 ਜਾਂ 3 ਗੋਲੀਆਂ ਪਾ ਕੇ ਆਪਣੀ ਸ਼ਾਪ ਤੇ ਕੰਮ ਕਰਦੇ ਲੜਕੇ ਨੂੰ ਫੜਾ ਕੇ ਮੇਰੇ ਘਰ ਭੇਜ ਦਿੰਦਾ ਹੈ ਤੇ ਹਮੇਸ਼ਾ ਆਖਦਾ ਹੈ, ਭਾਜੀ ਇਹ ਨਾ ਖਾਇਆ ਕਰੋ। ਨੀਰਜ ਵੀ ਸੰਗੀਤ ਪ੍ਰੇਮੀਆਂ ਚੋਂ ਇੱਕ ਹੈ। ਮੈਨੂੰ ਬਹੁਤ ਪਿਆਰ ਕਰਦਾ ਹੈ, ਬਹੁਤ ਰਿਸਪੈਕਟ ਵੀ। ਹਮੇਸ਼ਾ ਅੱਖਾਂ ਨੀਵੀਆਂ ਕਰਕੇ ਗੱਲ ਕਰਦਾ ਹੈ। ਮਨਾ ਵੀ ਕਰਦਾ ਹੈ ਕਿ ਇਹ ਮੈਂ ਨਾ ਖਾਵਾਂ, ਫਿਰ ਆਖਦਾ ਤੁਹਾਨੂੰ ਮਨਾ ਵੀ ਨਹੀਂ ਕਰ ਸਕਦੇ ਭਾਜੀ। ਪਰ ਅੱਜ ਜਦੋਂ ਫੋਨ ਕੀਤਾ ਤਾਂ ਉਸਦਾ ਫੋਨ ਅਟੈਂਡ ਨਹੀਂ ਹੋਇਆ। ਬਾਅਦ 'ਚ ਮੈਨੂੰ ਯਾਦ ਆਇਆ ਕਿ ਅੱਜ ਮੈਡੀਕਲ ਐਸੋਸੀਏਸ਼ਨ ਨੇ ਮੈਡੀਕਲ ਸਟੋਰ ਬੰਦ ਰੱਖਣ ਲਈ ਕਿਹਾ। ਕੋਈ ਟੈਕਸ ਦਾ ਇਸ਼ੂ ਹੈ। ਇਸ ਹਫ਼ਤੇ ਮੇਰਾ ਕੋਈ ਪ੍ਰੋਗਰਾਮ ਵੀ ਨਹੀਂ ਸੀ। ਮੈਂ ਆਰਾਮ ਵਿੱਚ ਸੀ। ਹੁਣ ਜਦੋਂ ਕਿ ਮੇਰੇ ਕੋਲ ਨਸ਼ੇ ਦਾ ਪ੍ਰਬੰਧ ਨਹੀਂ ਸੀ ਤਾਂ ਬਿਨਾਂ ਕੋਈ ਕਿਤਾਬ ਪੜ੍ਹਨ ਦੇ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਸੀ। ਮੈਂ ਆਪਣੇ ਘਰ ਵਿੱਚ ਬਣੀ ਛੋਟੀ ਜਿਹੀ ਲਾਇਬ੍ਰੇਰੀ ਦੀ ਅਲਮਾਰੀ ਕੋਲ ਗਿਆ ਤੇ ਜਿਹੜੀ ਪਹਿਲੀ ਕਿਤਾਬ ਮੇਰੇ ਹੱਥ ਨੇ ਚੁੱਕੀ, ਪੜ੍ਹਨ ਲਈ ਲੈ ਕੇ ਡਰਾਇੰਗ ਰੂਮ ਵਿੱਚ ਬੈਠ ਗਿਆ। ਇਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨੀਆਂ ਮੇਰੇ ਸ਼ੌਂਕ ਨਾਲ ਮੇਰੀ ਮਜਬੂਰੀ ਵੀ ਹੈ। ਇਹ ਮੇਰੇ ਜ਼ਖਮਾਂ ਤੇ ਮਲਮ ਲਗਾਉਂਦੀਆਂ ਹਨ। ਜਦੋਂ ਮੈਨੂੰ ਪਤਾ ਲੱਗਦਾ ਹੈ ਕਿ ਕੋਈ ਔਰਤ ਬੁਰੀ ਸਾਬਤ ਹੋ ਚੁੱਕੀ ਹੈ ਤਾਂ ਇਹ ਪੜ੍ਹ ਸੁਣ ਕੇ ਮੈਨੂੰ ਬਹੁਤ ਸ਼ਾਂਤੀ ਮਿਲਦੀ ਹੈ। ਜੇ ਕੁਝ ਅਜਿਹਾ ਹੋਵੇ ਕਿ ਕਿਸੇ ਔਰਤ ਨੇ ਸਵੀਕਾਰ ਹੀ ਕਰ ਲਿਆ ਹੋਵੇ ਕਿ ਉਹ ਬੁਰੀ ਹੈ, ਇਸ ਨਾਲ ਮੈਨੂੰ ਉਹ ਸਕੂਨ ਮਿਲਦਾ ਹੈ ਜਿਸ ਨੂੰ ਮੈਂ ਬਿਆਨ ਨਹੀਂ ਕਰ ਸਕਦਾ। ਪੰਡੋਰਾ ਨਾਮ ਦੀ ਔਰਤ ਨੇ ਇਹ ਕਿਤਾਬ ਲਿਖੀ ਹੈ। ਪੰਡਰਾ ਇੱਕ ਗ੍ਰੀਕ ਸ਼ਬਦ ਹੈ। ਕਿਤਾਬ ਦਾ ਨਾਮ ਹੈ ਕਨਵੈਂਸ। ਇਹ ਪੰਡੋਰਾ ਦੀ ਬਾਇਓਗ੍ਰਾਫੀ ਹੈ, ਜਿਸ ਦੀ ਸੰਖੇਪ ਕਥਾ ਇਸ ਤਰ੍ਹਾਂ ਹੈ। ਇੱਕ ਔਰਤ ਜੇਲ੍ਹ ਵਿੱਚ ਹੈ। ਇਸ ਨੇ ਆਪਣੇ ਪਤੀ ਦਾ ਕਤਲ ਕੀਤਾ ਹੈ। ਇਸ ਨੂੰ ਜੇਲ੍ਹ ਵਿੱਚੋਂ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ, ਪਰ ਇਹ ਲਗਾਤਾਰ ਜੇਲਰ ਨੂੰ ਰਿਕੁਐਸਟ ਕਰਦੀ ਹੈ ਕਿ ਮੈਨੂੰ ਇੱਕ ਵਾਰ ਚਰਚ ਵਿੱਚ ਜਾਣ ਦਿੱਤਾ ਜਾਵੇ। ਚਰਚ ਵਿੱਚ ਉਹ ਕਾਨਫਰੰਸ ਰੂਮ ਵਿੱਚ ਜਾਣਾ ਚਾਹੁੰਦੀ ਹੈ। ਭਾਵੇਂ ਉਸਦੇ ਕੀਤੇ ਗੁਨਾਹ ਦੀ ਸਜ਼ਾ ਕਾਨੂੰਨ ਨੇ ਉਸਨੂੰ ਦੇ ਦਿੱਤੀ ਹੈ, ਪਰ ਉਸ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਦੀ। ਉਸ ਨੂੰ ਲਗਾਤਾਰ ਇਹ ਲੱਗਦਾ ਹੈ ਕਿ ਇਹ ਸਜ਼ਾ ਤਾਂ ਸਜ਼ਾ ਹੀ ਨਹੀਂ ਹੈ। ਉਸ ਨੂੰ ਇਸ ਤੋਂ ਕਿਤੇ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ। ਉਹ ਆਪਣੀ ਸਜ਼ਾ ਤੋਂ ਹੀ ਸੰਤੁਸ਼ਟ ਨਹੀਂ ਹੈ। ਬਹੁਤ ਕੁਝ ਸੀ ਜੋ ਉਸਨੇ ਕੋਰਟ ਵਿੱਚ ਆਪਣੇ ਬਿਆਨ ਦਿੰਦੇ ਹੋਏ ਲੁਕੋ ਲਿਆ ਤੇ ਚੁੱਪਚਾਪ ਆਪਣਾ ਜੁਰਮ ਕਬੂਲ ਕੀਤਾ ਕਿ ਮੈਂ ਆਪਣੇ ਪਤੀ ਦੀ ਹੱਤਿਆ ਕੀਤੀ ਹੈ ਤੇ ਜੇਲ੍ਹ ਵਿੱਚ ਆ ਗਈ। ਉਹ ਵਾਰ-ਵਾਰ ਜੇਲ੍ਹ ਦੇ ਅਧਿਕਾਰੀਆਂ ਨੂੰ ਲਿਖ ਕੇ ਰਿਕੁਐਸਟ ਭੇਜ ਰਹੀ ਹੈ ਕਿ ਮੈਨੂੰ ਚਰਚ ਵਿੱਚ ਜਾਣ ਦਿੱਤਾ ਜਾਵੇ। ਉਸ ਨੂੰ ਲੱਗਦਾ ਹੈ ਕਿ ਅਸਲ ਵਿੱਚ ਮੇਰੀ ਸਜ਼ਾ ਇਹੀ ਹੈ ਕਿ ਮੈਂ ਉਹ ਸਭ ਕੁਝ ਕਹਾਂ ਜੇ ਕਿਸੇ ਨੂੰ ਨਹੀਂ ਪਤਾ, ਤੇ ਇਹ ਸੱਚ ਸਵੀਕਾਰ ਕਰਕੇ ਮੈਂ ਆਪਣੇ ਮਨ ਤੋਂ ਭਾਰ ਤੇ ਉਤਾਰ ਦੇਵਾਂ ਤੇ ਸਕੂਨ ਵਿੱਚ ਸਾਹ ਲੈ ਸਕਾਂ। ਅਖੀਰ ਤੇ ਉਸ ਨੂੰ ਚਰਚ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। 4 ਲੇਡੀਜ਼ ਕਾਂਸਟੇਬਲ ਉਸ ਨੂੰ ਚਰਚ ਲੈ ਕੇ ਗਈਆਂ। ਸਹੀ 1 ਘੰਟੇ ਬਾਅਦ ਉਹ ਚਰਚ ਦੇ ਗੇਟ ਤੇ ਸੀ। ਪਾਦਰੀ ਤੋਂ ਪਹਿਲਾਂ ਟਾਈਮ ਲਿਆ ਹੋਇਆ ਸੀ। ਕਾਂਸਟੇਬਲ ਚਰਚ 'ਚ ਲੱਗੇ ਬੈਂਚਾਂ ਤੇ ਬੈਠ ਗਈਆਂ। ਹੱਥਕੜੀ ਖੋਲੀ ਗਈ ਤੇ ਪੰਡੋਰਾ ਲੱਕੜ ਦੇ ਬਣੇ ਛੋਟੇ ਜਿਹੇ ਕਮਰੇ-ਨੁਮਾ ਬਕਸੇ ਵਿੱਚ ਜਾ ਕੇ ਖੜੀ ਹੋ ਗਈ, ਜਿਸ ਵਿੱਚ ਇੱਕ ਸਾਈਡ ਤੇ ਜਾਲੀ ਲੱਗੀ ਹੋਈ ਸੀ, ਜਿਸ ਤੇ ਬੜਾ ਮਹੀਨ ਪਰਦਾ ਸੀ। ਇਸ ਨੂੰ ਈਸਾਈ ਲੋਕ ਕਨਵੈਂਸ ਆਖਦੇ ਹਨ। ਇਸ ਦੇ ਬਾਹਰ ਪਾਦਰੀ ਆ ਕੇ ਖੜਾ ਹੋ ਗਿਆ। ਪਾਦਰੀ ਤੇ ਇੱਕ ਪੰਡੋਰਾ ਸਿਰਫ ਇੱਕ ਦੂਜੇ ਇੰਨੇ ਕੁ ਹੀ ਦਿਸਦੇ ਸਨ ਕਿ ਕੋਈ ਖੜਾ ਹੈ ਤੇ ਇੱਕ ਦੂਜੇ ਦੀ ਆਵਾਜ਼ ਬੜੀ ਸਾਫ਼ ਸੁਣੀ ਜਾ ਸਕਦੀ ਸੀ। ਪਾਦਰੀ ਨੇ ਗੱਲ ਸ਼ੁਰੂ ਕੀਤੀ, ਹਾਂ ਤੁਸੀਂ ਕਾਨਫਰੰਸ ਕਰ ਸਕਦੇ ਹੋ, ਪਰ ਚੰਗਾ ਹੋਵੇਗਾ ਤੁਸੀਂ ਹੁਣ ਸਭ ਕੁਝ ਕਬੂਲ ਕਰ ਲੈਣਾ। ਕੁਝ ਵੀ ਬਾਕੀ ਨਾ ਰਹੇ, ਨਹੀਂ ਤਾਂ ਇਹ ਸਭ ਵਿਅਰਥ ਹੋਵੇਗਾ। ਕੰਮ ਕੋਈ ਵੀ ਹੋਵੇ, ਜੇ ਅਧੂਰਾ ਹੈ ਤਾਂ ਤੰਗ ਕਰੇਗਾ। ਹਾਂ, ਮੈਂ ਸਮਝ ਸਕਦੀ ਹਾਂ। ਪੰਡੋਰਾ ਨੇ ਬੋਲਣਾ ਸ਼ੁਰੂ ਕੀਤਾ,
ਮੈਨੂੰ ਆਪਣੇ ਪਤੀ ਡੇਵਿਡ ਨੂੰ ਕਤਲ ਕਰਨ ਦੇ ਦੋਸ਼ ਵਿੱਚ ਸਜ਼ਾ ਹੋਈ ਹੈ। ਗੱਲ ਇੱਥੋਂ ਸ਼ੁਰੂ ਹੁੰਦੀ ਹੈ ਕਿ ਮੈਂ ਜਿਸ ਪਰਿਵਾਰ ਵਿੱਚ ਸੀ ਉੱਥੇ ਮੈਂ ਇਕੱਲੀ ਕੁੜੀ ਸੀ। ਵਿਆਹ ਤੋਂ ਪਹਿਲਾਂ ਮੈਨੂੰ ਹਮੇਸ਼ਾ ਮਰਦਾਂ ਤੋਂ ਡਰ ਲੱਗਦਾ ਸੀ। ਮੈਂ ਹਮੇਸ਼ਾ ਕਿਸੇ ਪ੍ਰੇਮ ਸੰਬੰਧ ਤੋਂ ਦੂਰ ਹੀ ਰਹੀ। ਮੇਰਾ ਵਿਆਹ ਇੱਕ ਚੰਗੇ ਜਵਾਨ ਮਰਦ ਨਾਲ ਹੋਇਆ ਜੋ ਬੇहद ਸ਼ਾਂਤ ਸੀ ਤੇ ਇੱਕ ਵਾਈਨ ਦੀ ਫੈਕਟਰੀ ਵਿੱਚ ਕੰਮ ਕਰਦਾ ਸੀ। ਉਸ ਦਾ ਕੰਮ ਕਾਫੀ ਥਕਾ ਦੇਣ ਵਾਲਾ ਹੁੰਦਾ ਸੀ। ਜਦੋਂ ਮੈਂ ਵਿਆਹ ਤੋਂ ਬਾਅਦ ਡੇਵਿਡ ਦੇ ਘਰ ਗਈ ਤਾਂ ਮੈਨੂੰ ਇਹ ਗੱਲ ਵਧੀਆ ਲੱਗੀ ਕਿ ਘਰ ਕਾਫੀ ਖੁੱਲ੍ਹਾ ਸੀ ਤੇ ਉੱਥੇ ਵੀ ਡੇਵਿਡ ਆਪਣੇ ਮਾਂ-ਬਾਪ ਦੀ ਇਕਲੌਤੀ ਔਲਾਦ ਸੀ। ਘਰ ਦੇ 2 ਪੋਰਸ਼ਨ ਸਨ। ਹੇਠਲੇ ਪੋਰਸ਼ਨ ਵਿੱਚ ਡੇਵਿਡ ਦੇ ਬੁੱਢੇ ਮਾਂ-ਬਾਪ ਤੇ ਉੱਪਰ ਅਸੀਂ ਰਹਿਣ ਲੱਗੇ। ਸ਼ੁਰੂ ਵਿੱਚ ਸਭ ਠੀਕ ਚੱਲ ਰਿਹਾ ਸੀ। 6 ਮਹੀਨੇ ਬਾਅਦ ਸਾਡੇ ਵਿਚਕਾਰ ਇੱਕ ਅਕੇਵਾਂ ਪੈਦਾ ਹੋਣਾ ਸ਼ੁਰੂ ਹੋ ਗਿਆ। ਕਈ ਵਾਰ ਮੈਨੂੰ ਡੇਵਿਡ ਤੇ ਖਿਝ ਆਉਂਦੀ, ਪਰ ਮੈਂ ਉਸ ਤੇ ਗੁੱਸਾ ਨਾ ਹੁੰਦੀ ਕਿਉਂਕਿ ਉਸ ਨਾਲ ਲੜਨ ਲਈ ਮੇਰੇ ਕੋਲ ਕੋਈ ਕਾਰਨ ਨਹੀਂ ਸੀ। ਮੈਂ ਉਸ ਤੋਂ ਦੂਰੀ ਚਾਹੁਣ ਲੱਗੀ। ਇਸ ਟਾਈਮ ਵਿੱਚ ਜੋ ਵੀ ਪਰਿਵਾਰਕ ਰਿਸ਼ਤੇਦਾਰਾਂ ਦੇ ਘਰ ਪਾਰਟੀਆਂ ਆਉਂਦੀਆਂ ਅਸੀਂ ਉੱਥੇ ਜਾਂਦੇ। ਇਸੇ ਤਰ੍ਹਾਂ ਦੀ ਇੱਕ ਪਾਰਟੀ ਵਿੱਚ ਜੋ ਡੇਵਿਡ ਦੇ ਦੋਸਤ ਦੇ ਘਰ ਬੇਟੀ ਪੈਦਾ ਹੋਣ ਦੀ ਖੁਸ਼ੀ ਵਿੱਚ ਰੱਖੀ ਗਈ ਸੀ। ਮੈਂ ਡੇਵਿਡ ਦੇ ਇੱਕ ਦੋਸਤ ਵੱਲ ਆਕਰਸ਼ਿਤ ਹੋ ਗਈ। ਉਹ ਡੇਵਿਡ ਦੀ ਗੈਰ ਹਾਜ਼ਰੀ ਵਿੱਚ ਘਰ ਆਉਣ ਲੱਗਿਆ। ਉਸ ਦੇ ਆਉਣ ਤੇ ਡੇਵਿਡ ਦੇ ਮਾਂ-ਬਾਪ ਨੇ ਵੀ ਇਤਰਾਜ਼ ਕੀਤਾ। ਮੈਂ ਮਹਿਸੂਸ ਕੀਤਾ ਕਿ ਉਹ ਵੀ ਡੇਵਿਡ ਵਰਗਾ ਹੀ ਸੀ। 20 ਕੁ ਦਿਨਾਂ ਵਿੱਚ ਇਹ ਦੋਸਤੀ ਖਤਮ ਹੋ ਗਈ। ਮੇਰੇ ਕੋਲ ਚੰਗਾ ਬਹਾਨਾ ਸੀ। ਮੈਂ ਉਸ ਨੂੰ ਕਿਹਾ ਕਿ ਮੰਮਾ ਪਾਪਾ ਇਤਰਾਜ਼ ਕਰਦੇ ਹਨ, ਉਹ ਨਾ ਆਇਆ ਕਰੇ। ਉਸਨੇ ਆਸਾਨੀ ਨਾਲ ਮੈਨੂੰ ਛੱਡ ਦਿੱਤਾ। ਇਸ ਤੋਂ ਬਾਅਦ ਮੈਂ ਬੋਰੀਅਤ ਦੂਰ ਕਰਨ ਲਈ ਡੇਵਿਡ ਦੇ ਨਾਲ ਕੋਈ ਛੋਟੀ-ਮੋਟੀ ਨੌਕਰੀ ਕਰਨ ਦੀ ਗੱਲ ਕੀਤੀ ਤਾਂ ਉਸਨੇ ਬਹੁਤ ਖੁਸ਼ੀ ਨਾਲ ਸਹਿਮਤੀ ਦੇ ਦਿੱਤੀ ਤੇ ਫਿਰ ਡੇਵਿਡ ਦੇ ਹੀ ਇੱਕ ਦੋਸਤ ਦੀ ਮਦਦ ਨਾਲ ਮੈਨੂੰ ਇੱਕ ਲੈਬ ਵਿੱਚ ਰਿਸੈਪਸ਼ਨਿਸਟ ਦੀ ਨੌਕਰੀ ਮਿਲ ਗਈ। ਇਹ ਲੈਬ ਮੇਰੇ ਘਰ ਤੋਂ ਕਰੀਬ 25 ਕਿਲੋਮੀਟਰ ਦੀ ਦੂਰੀ ਤੇ ਸੀ, ਜਿੱਥੇ ਮੈਂ ਆਪਣੇ ਸਕੂਟਰ ਤੇ ਜਾਂਦੀ। ਇਸ ਲੈਬ ਵਿੱਚ ਅਸੀਂ 5 ਜਾਣੇ ਹੀ ਸਾਂ। ਇੱਕ ਪੈਥੋਲੋਜਿਸਟ ਤੇ ਇੱਕ ਲੜਕਾ ਮੈਥਿਊ ਸੀ ਜੋ ਟੈਸਟ ਲਈ ਲੋਕਾਂ ਦਾ ਬਲੱਡ ਲੈਂਦਾ ਸੀ, ਤੇ ਇੱਕ ਉਸਦਾ ਸਹਾਇਕ ਲੜਕਾ ਜੋ 18 ਕੁ ਸਾਲ ਦਾ ਸੀ ਜਿਸ ਦਾ ਨਾਮ ਜੋਸਫ ਸੀ, ਅਤੇ ਇੱਕ ਸਫਾਈ ਵਾਲੀ ਕੁੜੀ ਜੋ 16 ਕੁ ਸਾਲ ਦੀ ਸੀ। ਇੱਥੇ ਮੇਰਾ ਵਧੀਆ ਦਿਲ ਲੱਗ ਗਿਆ ਸੀ। ਸਵੇਰ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਮੈਂ ਉੱਥੇ ਹੁੰਦੀ। ਇੱਥੇ ਜ਼ਿਆਦਾ ਸਮਾਂ ਮੈਂ ਮੈਥਿਊ ਨਾਲ ਗੱਲ ਕਰਦੀ। ਉਹ ਸੋਹਣਾ 22 ਕੁ ਸਾਲ ਦਾ ਜਵਾਨ ਸੀ, ਮੇਰੇ ਤੋਂ 10 ਸਾਲ ਛੋਟਾ, ਬਹੁਤ ਸ਼ਰਮਾਕਲ। ਉਸਦੀ ਸ਼ਰਮ ਮੈਨੂੰ ਆਪਣੇ ਵੱਲ ਖਿੱਚਦੀ ਸੀ। ਉਸਦੀ ਸ਼ਰਮ 'ਚ ਇੱਕ ਰਹੱਸ ਸੀ। ਅਸੀਂ ਇਕੱਠੇ ਦੁਪਹਿਰ ਦਾ ਖਾਣਾ ਖਾਂਦੇ। ਹੌਲੀ-ਹੌਲੀ ਉਸਦਾ ਖਾਣਾ ਮੈਂ ਆਪਣੇ ਘਰ ਤੋਂ ਲਿਜਾਣ ਲੱਗੀ। ਉਹ ਬਹੁਤ ਖੁਸ਼ ਹੁੰਦਾ ਤੇ ਆਖਦਾ, ਇੰਨਾ ਸਵਾਦ ਖਾਣਾ ਮੈਂ ਕਦੇ ਨਹੀਂ ਖਾਧਾ। ਸਾਡਾ ਹਰ ਦੁੱਖ ਸੁੱਖ ਸਾਂਝਾ ਹੋਣ ਲੱਗਿਆ। ਖਾਣਾ ਖਾਂਦੇ ਕਈ ਵਾਰ ਮੈਂ ਉਸਦਾ ਮੂੰਹ ਸਾਫ਼ ਕਰਦੀ, ਉਹ ਸੰਗ ਜਾਂਦਾ। ਮੈਂ ਉਸਦੀ ਸੰਗ ਨਾਲ ਖੇਡਣ ਲੱਗੀ। ਇਹੀ ਪਲ ਮੇਰੇ ਲਈ ਬਹੁਤ ਸੋਹਣੇ ਹੁੰਦੇ। ਤੁਹਾਨੂੰ ਨਹੀਂ ਪਤਾ, ਇੱਕ ਭਰੀ ਪੂਰੀ ਔਰਤ ਲਈ ਕਿਸੇ ਅਲੜ ਮੁੰਡੇ ਦੀ ਸੰਗ ਨਾਲ ਖੇਡਣਾ ਕਿੰਨਾ ਸਵਾਦ ਭਰਿਆ ਹੁੰਦਾ ਹੈ, ਕਿੰਨਾ ਰੋਚਕ। ਇਹ ਆਦਮੀ ਤੇ ਔਰਤ ਦੇ ਸੰਬੰਧ ਦੀ ਸਿਖਰ ਲੱਗਦੀ ਹੈ ਮੈਨੂੰ। ਉਹ ਮੈਨੂੰ ਕੁਝ ਨਹੀਂ ਸੀ ਕਹਿੰਦਾ। ਮੈਂ ਪੂਰਾ ਸਮਾਂ ਉਸ ਨਾਲ ਛੇੜਛਾੜ ਕਰਦੀ, ਉਸ ਨੂੰ ਆਖਦੀ ਤੂੰ ਕੁੜੀ ਹੈ। ਇੱਕ ਵਾਰ ਮੈਂ ਉਸ ਦੀ ਗੱਲ ਪੱਟ ਰਹੀ ਸੀ ਤਾਂ ਮੇਰੇ ਤਿੱਖੇ ਨਹੁੰ ਨੇ ਉਸਦੇ ਚਿਹਰੇ ਦਾ ਕਾਫੀ ਹਿੱਸਾ ਜ਼ਖਮੀ ਕਰ ਦਿੱਤਾ। ਖੂਨ ਨਿਕਲ ਰਿਹਾ ਸੀ। ਮੈਂ ਘਬਰਾ ਗਈ, ਪਰ ਉਹ ਇਹੀ ਕਹਿੰਦਾ ਰਿਹਾ, ਕੁਝ ਨਹੀਂ ਹੋਇਆ। ਮੈਨੂੰ ਪਤਾ ਵੀ ਨਹੀਂ ਲੱਗ ਰਿਹਾ, ਦਰਦ ਤਾਂ ਹੋ ਹੀ ਨਹੀਂ ਰਿਹਾ। ਫਿਰ ਅਸੀਂ ਲੈਬ ਤੋਂ ਲੇਟ ਘਰ ਜਾਣ ਲੱਗੇ। ਸਾਰੇ ਚਲੇ ਜਾਂਦੇ ਤੇ ਅਸੀਂ ਦੋਵੇਂ ਹੀ ਉੱਥੇ ਰਹਿ ਜਾਂਦੇ। ਅਸੀਂ ਘੰਟਾ ਕੋਈ ਇਕੱਲੇ ਹੁੰਦੇ, ਨਿੱਕੀਆਂ ਨਿੱਕੀਆਂ ਗੱਲਾਂ ਕਰਦੇ, ਹੱਸਦੇ। ਫਿਰ ਇੱਕ ਦਿਨ ਮੈਂ ਉਸਦੀ ਸੰਗ ਸ਼ਰਮ ਤੋੜ ਦਿੱਤੀ। ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਸੋਹਣੇ ਦਿਨ ਮੈਨੂੰ ਲੱਗੇ। ਪੂਰਾ 1 ਸਾਲ ਮੈਂ ਕਿਸੇ ਤਲੀਸਮ ਵਿੱਚ ਜੀ ਰਹੀ ਸੀ, ਪੂਰੇ ਆਨੰਦ ਵਿੱਚ। ਇਸ ਸਾਲ ਵਿੱਚ ਮੈਂ ਆਪਣੇ ਸਵਾਦ ਲਈ ਮੈਥਿਊ ਨੂੰ ਰੱਜ ਕੇ ਯੂਜ਼ ਕੀਤਾ। ਉਹ ਮੇਰੇ ਲਈ ਪਾਗਲ ਹੋ ਰਿਹਾ ਸੀ। ਫਿਰ ਉਸਨੇ ਮੇਰੇ ਨਾਲ ਵਿਆਹ ਕਰਵਾਉਣ ਦੀ ਜਿੱਦ ਕਰਨੀ ਸ਼ੁਰੂ ਕਰ ਦਿੱਤੀ। ਗੱਲ ਜ਼ਿਆਦਾ ਵਿਗੜਦੀ ਵੇਖ ਮੈਂ ਲੈਬ ਵਾਲੇ ਡਾਕਟਰ ਨੂੰ ਕਹਿ ਕੇ 1 ਮਹੀਨੇ ਦੀ ਛੁੱਟੀ ਲੈ ਲਈ ਤੇ ਉਸ ਨੂੰ ਕਹਿ ਦਿੱਤਾ ਕਿ ਮੈਥਿਊ ਨੂੰ ਇਹ ਕਹਿਣਾ ਕਿ ਮੈਂ ਹਮੇਸ਼ਾ ਲਈ ਨੌਕਰੀ ਛੱਡ ਦਿੱਤੀ ਹੈ। ਮੈਂ ਮੈਥਿਊ ਨੂੰ ਆਪਣੇ ਘਰ ਦਾ ਪਤਾ ਨਹੀਂ ਸੀ ਦਿੱਤਾ। ਬਿਨਾਂ ਡਾਕਟਰ ਦੇ ਮੇਰਾ ਪਤਾ ਕੋਈ ਨਹੀਂ ਸੀ ਜਾਣਦਾ। ਡਾਕਟਰ ਨੂੰ ਮੈਂ ਕਿਸੇ ਨੂੰ ਵੀ ਕੋਈ ਵੀ ਇਨਫੋਰਮੇਸ਼ਨ ਦੇਣ ਤੋਂ ਮਨਾ ਕਰ ਦਿੱਤਾ ਸੀ। ਇਸ ਗੱਲ ਤੋਂ ਮੈਂ ਪਹਿਲਾਂ ਤੋਂ ਹੀ ਸੁਚੇਤ ਸੀ, ਕਿਉਂਕਿ ਮੇਰਾ ਪਹਿਲਾ ਫਰੈਂਡ ਘਰ ਆਉਣ ਲੱਗਿਆ ਸੀ। ਮੈਂ ਦੁਬਾਰਾ ਇਸ ਤਰ੍ਹਾਂ ਦੀ ਸਿਰਦਰਦੀ ਨਹੀਂ ਸੀ ਚਾਹੁੰਦੀ। ਹੁਣ ਮੈਂ ਘਰ ਹੁੰਦੀ, ਮੈਥਿਊ ਸੈਂਕੜੇ ਕਾਲ ਕਰਦਾ, ਫੋਨ ਤੇ ਬਹੁਤ ਰੋਂਦਾ। ਮੈਂ ਕਈ ਵਾਰ ਫੋਨ ਨਾ ਸੁਣਦੀ ਜਾਂ ਫੋਨ ਹੋਲਡ ਤੇ ਰੱਖ ਦਿੰਦੀ। ਉਹ ਘੰਟਾ ਹੈਲੋ ਹੈਲੋ ਕਰਦਾ ਰਹਿੰਦਾ।
10 ਕੁ ਦਿਨਾਂ ਬਾਅਦ ਮੈਂ ਉਸ ਨੂੰ ਝੂਠ ਬੋਲਿਆ ਕਿ ਮੈਨੂੰ ਡਾਕਟਰ ਨੇ ਕਿਹਾ ਹੈ ਕਿ ਮੈਨੂੰ ਲੰਗਸ ਦਾ ਕੈਂਸਰ ਹੈ। ਇੱਕਦਮ ਪਤਾ ਲੱਗਿਆ। ਡਾਕਟਰ ਨੇ ਦੱਸਿਆ ਕਿ 1 ਮਹੀਨਾ ਜਾਂ 2 ਮਹੀਨੇ ਬਾਅਦ ਮੇਰੀ ਡੈਥ ਹੋ ਜਾਵੇਗੀ। ਉਹ ਬਹੁਤ ਰੋਇਆ। ਮੈਂ ਪੱਥਰ ਬਣ ਕੇ ਸਭ ਵੇਖਦੀ ਸੁਣਦੀ ਰਹੀ। ਉਸਨੇ ਵਾਰ-ਵਾਰ ਕਿਹਾ ਕਿ ਮੈਂ ਮਰ ਜਾਵਾਂਗਾ, ਮੈਂ ਤੈਨੂੰ ਮਿਲਣਾ ਹੈ। ਮੈਂ ਕੋਈ ਗੱਲ ਨਹੀਂ ਸੁਣੀ। ਬਹੁਤ ਵਾਰ ਉਸਨੇ ਘਰ ਦਾ ਪਤਾ ਪੁੱਛਿਆ ਕਿ ਇੱਕ ਵਾਰ ਮੈਂ ਤੈਨੂੰ ਵੇਖਣਾ ਹੈ, ਪਰ ਮੈਂ ਕੋਈ ਜਵਾਬ ਨਹੀਂ ਦਿੱਤਾ। ਇੱਕ ਦਿਨ ਮੇਰੇ ਨੌਕਰੀ ਛੱਡਣ ਤੋਂ ਕਰੀਬਨ 2 ਮਹੀਨੇ ਬਾਅਦ ਮੈਂ ਇਹ ਸਾਰੀ ਗੱਲ ਆਪਣੇ ਘਰ ਆਈ ਆਪਣੀ ਇੱਕ ਫਰੈਂਡ ਨੂੰ ਦੱਸ ਦਿੱਤੀ। ਜਦੋਂ ਇਹ ਸਾਰੀ ਗੱਲ ਦੱਸ ਚੁੱਕੀ ਸੀ ਤਾਂ ਉਸ ਦਿਨ ਵੀ ਮੈਥਿਊ ਦੀ ਕਾਲ ਵਾਰ-ਵਾਰ ਆ ਰਹੀ ਸੀ। ਉਸ ਦਿਨ ਮੈਂ ਇਹ ਕਿੱਸਾ ਖਤਮ ਕਰਨਾ ਚਾਹੁੰਦੀ ਸੀ। ਮੈਂ ਆਪਣੀ ਫਰੈਂਡ ਨੂੰ ਕਿਹਾ ਕਿ ਤੂੰ ਕਾਲ ਪਿਕ ਕਰ ਤੇ ਉਸ ਨੂੰ ਕਹਿ ਦੇ ਕਿ ਪੰਡੋਰਾ ਮਰ ਚੁੱਕੀ ਹੈ। ਉਸਨੇ ਪਹਿਲਾਂ ਮਨਾ ਕੀਤਾ, ਫਿਰ ਮੇਰੇ ਜ਼ੋਰ ਦੇਣ ਤੇ ਉਸ ਨੂੰ ਫੋਨ ਤੇ ਯਕੀਨ ਦਿਵਾ ਦਿੱਤਾ ਕਿ ਮੈਂ ਪੰਡੋਰਾ ਦੀ ਭੈਣ ਬੋਲ ਰਹੀ ਹਾਂ। ਅੱਜ ਸਵੇਰੇ ਉਸ ਦੀ ਡੈਥ ਹੋ ਚੁੱਕੀ ਹੈ। ਇਹ ਫੋਨ ਸੁਣ ਕੇ ਮੈਥਿਊ ਬਹੁਤ ਜ਼ਿਆਦਾ ਰੋਇਆ ਤੇ ਉਸਨੇ ਜਿੱਦ ਕਰਕੇ ਮੇਰੀ ਫਰੈਂਡ ਦਾ ਨੰਬਰ ਲੈ ਲਿਆ। ਉਸਨੇ ਕਿਹਾ ਕਿ ਜੇਕਰ ਮੈਨੂੰ ਕਦੀ ਲੋੜ ਪਈ ਤਾਂ ਤੁਹਾਡੇ ਨਾਲ ਗੱਲ ਕਰ ਲਿਆ ਕਰਾਂਗਾ, ਮੈਂ ਤੁਹਾਨੂੰ ਤੰਗ ਨਹੀਂ ਕਰਾਂਗਾ। ਦਿਨ ਲੰਘਦੇ ਗਏ। ਮੇਰੀ ਫਰੈਂਡ ਤੋਂ ਮੈਨੂੰ ਪਤਾ ਲੱਗਿਆ ਕਿ ਮੈਥਿਊ ਨੂੰ ਕਿਸੇ ਵੱਡੀ ਲੈਬ 'ਚ ਨੌਕਰੀ ਮਿਲ ਗਈ ਹੈ। ਉਹ ਚਲਾ ਗਿਆ ਹੈ। ਇਹ ਗੱਲ ਮੈਥਿਊ ਨੇ ਛੋਟੀ ਲੈਬ ਛੱਡਣ ਵੇਲੇ ਕਾਲ ਕਰਕੇ ਦੱਸੀ ਸੀ। ਇਸ ਤੋਂ ਬਾਅਦ ਮੈਂ ਫਿਰ ਲੈਬ ਜਾਣ ਲੱਗੀ। ਇੱਕ ਦਿਨ ਫਿਰ ਮੈਨੂੰ ਮੇਰੀ ਫਰੈਂਡ ਤੋਂ ਪਤਾ ਲੱਗਿਆ ਕਿ ਮੈਥਿਊ ਦਾ ਫੋਨ ਆਇਆ ਸੀ। ਉਹ ਆਪਣੇ ਵੱਲੋਂ ਕਿਸੇ ਚਰਚ ਵਿੱਚ ਮੇਰੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਵਾ ਰਿਹਾ ਸੀ। ਇਸ ਲਈ ਉਸਨੇ ਪਾਦਰੀ ਨੂੰ ਤੋਹਫੇ ਵਿੱਚ ਪਰਫਿਊਮ ਤੇ ਕੱਪੜੇ ਵਗੈਰਾ ਵੀ ਦਿੱਤੇ। ਮੇਰੀ ਫਰੈਂਡ ਨੇ ਕਿਹਾ ਕਿ ਇਹ ਠੀਕ ਨਹੀਂ ਹੈ, ਤੂੰ ਜਿੰਦਾ ਹੈ ਤੇ ਉਹ ਤੇਰੀਆਂ ਅੰਤਿਮ ਰਸਮਾਂ ਕਰਵਾ ਰਿਹਾ ਹੈ। ਉਸ ਆਦਮੀ ਦੀ ਮਾਸੂਮੀਅਤ ਨਾਲ ਖੇਡਣ ਦਾ ਨਤੀਜਾ ਤੈਨੂੰ ਭੁਗਤਣਾ ਪਵੇਗਾ। ਇਹ ਸੁਣਨ ਬਾਅਦ ਮੈਂ ਇਹੀ ਸੋਚਿਆ, ਜੋ ਹੋਵੇਗਾ ਦੇਖਿਆ ਜਾਵੇਗਾ। ਫਿਰ ਥੋੜਾ ਜਿਹਾ ਟਾਈਮ ਲੰਘਿਆ ਤੇ ਮੈਂ ਕਿਸੇ ਹੋਰ ਆਦਮੀ ਦਾ ਪਿੱਛਾ ਕਰਨ ਲੱਗੀ। ਇਹ ਰੈਗੂਲਰ ਸਾਡੀ ਲੈਬ ਤੇ ਸ਼ੂਗਰ ਟੈਸਟ ਕਰਵਾਉਣ ਆਉਂਦਾ ਸੀ। ਉਸ ਨੂੰ ਸ਼ੂਗਰ ਦੀ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਸੀ, ਪਰ ਇਹ ਵਹਿਮੀ ਸੀ ਤੇ ਜ਼ਿਆਦਾ ਸੈਂਸਿਟਿਵ ਸੀ। ਮੈਂ ਉਸ ਨੂੰ ਕਿਹਾ ਕਿ ਉਹ ਵਹਿਮ ਨਾ ਕਰਿਆ ਕਰੇ, ਉਹ ਠੀਕ ਹੋ ਜਾਵੇਗਾ। ਉਹ ਬਿਜ਼ਨਸਮੈਨ ਸੀ ਤੇ ਇਸ ਵਾਰ ਕਹਾਣੀ ਹੋਰ ਹੋ ਗਈ। ਮੈਂ ਗਲਤੀ ਕਰ ਲਈ, ਉਸ ਨੂੰ ਘਰ ਬੁਲਾ ਲਿਆ ਤੇ ਉਸੇ ਦਿਨ ਅਚਾਨਕ ਡੇਵਿਡ ਦੀ ਵੀ ਤਬੀਅਤ ਕੁਝ ਵਿਗੜ ਗਈ ਤੇ ਉਹ ਕੰਮ ਤੋਂ ਜਲਦੀ ਘਰ ਵਾਪਸ ਆ ਗਿਆ। ਉਸਨੇ ਮੈਨੂੰ ਉਸ ਆਦਮੀ ਨਾਲ ਫੜ ਲਿਆ। ਉਹ ਆਦਮੀ ਭੱਜ ਗਿਆ ਤੇ ਮੈਨੂੰ ਡੇਵਿਡ ਨੇ ਬੈੱਡਰੂਮ ਵਿੱਚ ਬੰਦ ਕਰਕੇ ਆਪਣੀ ਬੈਲਟ ਨਾਲ ਬਹੁਤ ਮਾਰਿਆ, ਇੰਨਾ ਕਿ ਮੈਂ ਬੇਹੋਸ਼ ਹੋ ਗਈ। ਇਹ ਕਰਨ ਬਾਅਦ ਡੇਵਿਡ ਘਰੋਂ ਭੱਜ ਗਿਆ ਤੇ 5 ਦਿਨ ਬਾਅਦ ਘਰ ਆਇਆ। ਇਹ 5 ਦਿਨ ਮੇਰੀ ਜ਼ਿੰਦਗੀ ਦਾ ਨਰਕ ਸਨ। ਇਹ 5 ਦਿਨ ਮੈਂ ਖਾਣਾ ਨਹੀਂ ਖਾਧਾ। ਡੇਵਿਡ ਦੇ ਮਾਂ-ਬਾਪ ਲਗਾਤਾਰ ਰੋ ਰਹੇ ਸਨ ਤੇ ਮੈਨੂੰ ਬਦਅਸੀਸਾਂ ਦੇ ਰਹੇ ਸਨ। 6ਵੇਂ ਦਿਨ ਸਵੇਰੇ 5 ਵਜੇ ਘਰ ਦੀ ਬੈਲ ਵੱਜੀ ਤੇ ਮੈਨੂੰ ਅੰਦਾਜ਼ਾ ਵੀ ਨਹੀਂ ਸੀ। ਮੈਂ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਡੇਵਿਡ ਖੜਾ ਸੀ, ਥੱਕਿਆ ਹੋਇਆ, ਬਦਹਵਾਸ। ਉਹ ਚੁੱਪਚਾਪ ਅੰਦਰ ਆਇਆ ਤੇ ਸਿੱਧਾ ਵਾਸ਼ਰੂਮ ਵਿੱਚ ਚਲਿਆ ਗਿਆ। ਉਸਦੇ ਮੰਮੀ ਪਾਪਾ ਨੇ ਉਸ ਨੂੰ ਬੁਲਾਇਆ, ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ। ਉਹ ਦੋਨੋਂ ਰੋ ਰਹੇ ਸਨ। ਬਾਥਰੂਮ ਵਿੱਚੋਂ ਬਾਹਰ ਨਿਕਲਦੇ ਹੀ ਉਹ ਆਪਣੇ ਮਾਂ-ਬਾਪ ਕੋਲ ਜਾ ਬੈਠਾ। ਉਹਨਾਂ 'ਚੋਂ ਕੋਈ ਵੀ ਬੋਲ ਨਹੀਂ ਸੀ ਰਿਹਾ। ਇਸ ਦਿਨ ਮੈਨੂੰ ਪਹਿਲੀ ਵਾਰ ਜ਼ਿੰਦਗੀ 'ਚ ਇਹ ਮਹਿਸੂਸ ਹੋਇਆ ਕਿ ਚੁੱਪ ਕਿੰਨੀ ਭਾਰੀ ਚੀਜ਼ ਹੈ। ਮੈਨੂੰ ਇਹ ਮਹਿਸੂਸ ਹੋਇਆ ਕਿ ਜੇਕਰ ਕੋਈ ਥੋੜਾ ਸਮਾਂ ਇਹਨਾਂ 'ਚੋਂ ਨਾ ਬੋਲਿਆ ਤਾਂ ਮੈਂ ਇਸ ਚੁੱਪ ਦੇ ਕਾਰਨ ਹੀ ਮਰ ਜਾਣਾ ਹੈ। ਮੈਂ ਕਿਚਨ ਵਿੱਚ ਖੜੀ ਉਹਨਾਂ ਸਭ ਨੂੰ ਵੇਖ ਰਹੀ ਸੀ ਤੇ ਉਹ ਲਾਬੀ ਵਿੱਚ ਚੁੱਪਚਾਪ ਬੈਠੇ ਸਨ। ਡੇਵਿਡ ਦਾ ਪਾਪਾ ਨੀਵੀਂ ਪਾਈ ਬੈਠਾ ਸੀ, ਮਾਂ ਰੋ ਰਹੀ ਸੀ ਤੇ ਡੇਵਿਡ ਸੁੰਨ ਹੋਇਆ ਬੈਠਾ ਸੀ। ਕੁਝ ਟਾਈਮ ਬਾਅਦ ਡੇਵਿਡ ਨੇ ਮੇਰੇ ਵੱਲ ਵੇਖਿਆ ਤੇ ਕਿਹਾ, ਮੈਨੂੰ ਭੁੱਖ ਲੱਗੀ ਹੈ। ਮੈਂ ਸੁੱਖ ਦਾ ਸਾਹ ਲਿਆ ਤੇ ਜਲਦੀ ਖਾਣਾ ਬਣਾਉਣ ਲੱਗ ਪਈ। ਮੈਂ ਖਾਣਾ ਟੇਬਲ ਤੇ ਰੱਖਿਆ। ਡੇਵਿਡ ਨੇ ਪਹਿਲੀ ਬੁਰਕੀ ਮੂੰਹ ਵਿੱਚ ਪਾਈ ਸੀ ਕਿ ਉਸ ਨੂੰ ਹਿਚਕੀ ਆਉਣ ਲੱਗੀ। ਮੈਂ ਜਲਦੀ ਨਾਲ ਪਾਣੀ ਦਿੱਤਾ, ਪਰ ਉਸਨੇ ਮੇਰੇ ਹੱਥੋਂ ਪਾਣੀ ਵਾਲਾ ਗਲਾਸ ਨਹੀਂ ਫੜਿਆ। ਉਸਨੇ ਪਾਣੀ ਵਾਲਾ ਜੱਗ ਚੁੱਕਿਆ ਤੇ ਮੂੰਹ ਨੂੰ ਲਾ ਕੇ ਪਾਣੀ ਪੀਤਾ। ਕੁਝ ਦੇਰ ਬਾਅਦ ਡੇਵਿਡ ਆਪਣੇ ਪਾਪਾ ਮੰਮਾ ਨੂੰ ਇਹ ਕਹਿ ਕੇ ਚਲਾ ਗਿਆ ਕਿ ਮੈਂ ਕੰਮ ਤੇ ਜਾ ਰਿਹਾ। ਉੱਥੇ ਪਤਾ ਨਹੀਂ ਅੱਜ ਮੈਂ ਮਾਲਕ ਨੂੰ ਕੀ ਜਵਾਬ ਦੇਵਾਂਗਾ। ਘਰ 'ਚ ਮੈਂ ਨਹੀਂ ਰਹਿ ਸਕਦਾ। ਸ਼ਾਮੀ ਦੇਰ ਨਾਲ ਆਵਾਂਗਾ। ਇਹ ਮੇਰੀ ਜ਼ਿੰਦਗੀ ਦੀ ਉਹ ਸ਼ਾਮ ਸੀ ਜਿਸ ਦੀ ਉਡੀਕ ਨੇ ਮੈਨੂੰ ਪਾਗਲ ਹੋਣ ਤੱਕ ਪਰੇਸ਼ਾਨ ਕੀਤਾ। ਮੈਂ ਸੋਚ ਰਹੀ ਸੀ ਸ਼ਾਮ ਨੂੰ ਮੈਂ ਡੇਵਿਡ ਦਾ ਸਾਹਮਣਾ ਕਿਵੇਂ ਕਰਾਂਗੀ। ਡੇਵਿਡ ਸ਼ਾਮ ਨੂੰ ਦੇਰ ਨਾਲ ਆਇਆ। ਉਸਨੇ ਚੁੱਪਚਾਪ ਖਾਣਾ ਖਾਧਾ ਤੇ ਆਪਣੇ ਮਾਂ-ਬਾਪ ਨੂੰ ਇੰਨਾ ਹੀ ਕਿਹਾ, ਆਪਾਂ ਸੁਬਾਹ ਗੱਲ ਕਰਾਂਗੇ।
ਇਸ ਤੋਂ ਬਾਅਦ ਉਹ ਬੈੱਡਰੂਮ ਵਿੱਚ ਚਲਾ ਗਿਆ। ਮੈਨੂੰ ਬੈੱਡਰੂਮ ਵਿੱਚ ਜਾਣ ਲੱਗੇ ਡਰ ਲੱਗ ਰਿਹਾ ਸੀ, ਪਰ ਮੈਂ ਅੰਦਰ ਗਈ ਤੇ ਦਰਵਾਜ਼ਾ ਬੰਦ ਕੀਤਾ। ਡੇਵਿਡ ਲੇਟਿਆ ਹੋਇਆ ਸੀ। ਮੈਂ ਅੰਦਰ ਗਈ ਤੇ ਬੈੱਡ ਦੀ ਸਾਈਡ ਤੇ ਇੱਕ ਕੁਰਸੀ ਤੇ ਬੈਠ ਗਈ। ਡੇਵਿਡ ਨੇ ਬੋਲਣਾ ਸ਼ੁਰੂ ਕੀਤਾ, ਤੈਨੂੰ ਵੇਸਵਾ ਹੋਣਾ ਚਾਹੀਦਾ ਸੀ, ਹਨਾ? ਮੈਨੂੰ ਇਹ ਗੱਲ ਬਹੁਤ ਬੁਰੀ ਲੱਗੀ। ਮੈਂ ਕਿਹਾ, ਮੇਰੇ ਤੋਂ ਗਲਤੀ ਹੋਈ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਵੇਸਵਾ ਹਾਂ। ਡੇਵਿਡ ਨੇ ਤਿੱਖੀ ਨਜ਼ਰ ਨਾਲ ਮੇਰੇ ਵੱਲ ਵੇਖਿਆ ਤੇ ਕਿਹਾ, ਤਕਲੀਫ ਹੋਈ? ਮੈਨੂੰ ਵੀ ਬਹੁਤ ਹੋਈ ਹੈ। ਬਾਕੀ ਹੁਣ ਰਹਿ ਵੀ ਕੀ ਗਿਆ? ਸਿਰਫ ਪੈਸੇ ਲੈਣੇ ਹੀ ਬਾਕੀ ਹਨ। ਬਾਕੀ ਦਾ ਸਭ ਹੋ ਹੀ ਰਿਹਾ ਹੈ। ਇਸ ਤੋਂ ਬਾਅਦ ਡੇਵਿਡ ਲਗਾਤਾਰ ਕਾਫੀ ਟਾਈਮ ਮੈਨੂੰ ਜਲੀਲ ਕਰਦਾ ਰਿਹਾ, ਅਪਮਾਨ ਭਰੇ ਗੰਦੇ ਸ਼ਬਦ ਬੋਲਦਾ ਰਿਹਾ। ਮੈਂ ਬਰਦਾਸ਼ਤ ਕਰਦੀ ਰਹੀ। ਅਖੀਰ ਤੇ ਉਸਨੇ ਕਿਹਾ, ਮੈਨੂੰ ਡਿਵੋਰਸ ਚਾਹੀਦਾ ਹੈ। ਮੈਂ ਗੰਦੀ ਔਰਤ ਨਾਲ ਨਹੀਂ ਰਹਿ ਸਕਦਾ। ਤੇ ਇਹ ਵੀ ਕਿਹਾ ਕਿ ਬੈੱਡਰੂਮ 'ਚੋਂ ਬਾਹਰ ਜਾ ਕੇ ਸੌਂ। ਮੈਨੂੰ ਨੀਂਦ ਨਹੀਂ ਆਵੇਗੀ। ਮੈਨੂੰ ਤੇਰੇ 'ਚੋਂ ਕੁੱਤੇ ਬੰਦਿਆਂ ਦੀ ਬੂ ਆਉਂਦੀ ਹੈ। ਮੈਂ ਬਾਹਰ ਆ ਕੇ ਲੇਟ ਗਈ, ਪਰ ਸਾਰੀ ਰਾਤ ਸੁੱਤੀ ਨਹੀਂ। ਮੈਨੂੰ ਪੂਰੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀ ਤਕਲੀਫ ਕਦੇ ਨਹੀਂ ਸੀ ਹੋਈ, ਜਿਸ ਤਰ੍ਹਾਂ ਦੀ ਇਸ ਅਪਮਾਨ ਨਾਲ ਹੋਈ। ਮੇਰਾ ਮਨ ਡੇਵਿਡ ਵਾਸਤੇ ਜ਼ਹਿਰ ਨਾਲ ਭਰ ਗਿਆ। ਅਗਲਾ ਪੂਰਾ ਦਿਨ ਮੈਂ ਸਭ ਕੁਝ ਭੁੱਲਣ ਦੀ ਕੋਸ਼ਿਸ਼ ਕਰਦੀ ਰਹੀ ਜੋ ਮੈਂ ਕੀਤਾ ਸੀ। ਬਸ ਮੈਂ ਇਹੀ ਸੋਚ ਰਹੀ ਸੀ ਕਿ ਫਿਰ ਕੀ ਹੋਇਆ ਜੇ ਮੈਂ ਗਲਤ ਰਸਤੇ ਚੱਲ ਪਈ। ਡੇਵਿਡ ਨੂੰ ਮੇਰਾ ਅਪਮਾਨ ਨਹੀਂ ਸੀ ਕਰਨਾ ਚਾਹੀਦਾ। ਮੈਂ ਗੁੱਸੇ 'ਚ ਪਾਗਲ ਹੋ ਰਹੀ ਸੀ। ਮੈਂ ਆਪਣਾ ਫੈਸਲਾ ਕਰ ਲਿਆ ਸੀ। ਅਗਲੀ ਸ਼ਾਮ ਡੇਵਿਡ ਖਾਣਾ ਖਾ ਕੇ ਬੈੱਡਰੂਮ ਵਿੱਚ ਚਲਿਆ ਗਿਆ। ਮੈਂ ਬਾਹਰ ਲੇਟ ਗਈ। ਮੈਂ ਜਾਗ ਰਹੀ ਸੀ, ਸਵੇਰ ਤੱਕ ਬੇਚੈਨ ਤੇ ਫਿਰ ਸਵੇਰ ਤੱਕ। ਜਦੋਂ ਗੁੱਸਾ ਮੇਰੇ ਕਾਬੂ ਤੋਂ ਬਾਹਰ ਹੋ ਗਿਆ ਤਾਂ ਮੈਂ ਚੁੱਪਚਾਪ ਡੇਵਿਡ ਦੇ ਕਮਰੇ ਵਿੱਚ ਗਈ ਤੇ ਇੱਕ ਫੁੱਲਦਾਨ ਜੋ ਕਿ ਮਿੱਟੀ ਦਾ ਬਣਿਆ ਸੀ ਤੇ ਕਾਫੀ ਭਾਰਾ ਸੀ, ਸੁੱਤੇ ਪਏ ਡੇਵਿਡ ਦੇ ਸਿਰ ਤੇ ਮਾਰ ਦਿੱਤਾ। ਮੈਨੂੰ ਯਕੀਨ ਸੀ ਉਹ ਬਚੇਗਾ ਨਹੀਂ। ਮੈਂ ਇੰਨੇ ਜ਼ੋਰ ਨਾਲ ਇਹ ਮਾਰਿਆ ਕਿ ਉਹ ਉੱਠਿਆ ਹੀ ਨਹੀਂ। ਫਿਰ ਮੈਂ ਪੁਲਿਸ ਨੂੰ ਫੋਨ ਕੀਤਾ। ਉਸ ਬਾਅਦ ਜੋ ਵੀ ਹੋਣਾ ਸੀ ਕਾਨੂੰਨੀ ਕਾਰਵਾਈ ਹੋਈ ਤੇ ਮੈਂ ਜੇਲ੍ਹ 'ਚ ਤੇ ਫਿਰ ਹੁਣ ਇੱਥੇ ਪਹੁੰਚ ਗਈ। ਹੁਣ ਮੈਂ ਉਹ ਗੱਲ ਕਹਾਂਗੀ ਜੋ ਹੁਣ ਤੱਕ ਨਹੀਂ ਕਹਿ ਸਕੀ। ਮੈਨੂੰ ਸਮਝ ਨਹੀਂ ਆਈ ਜਦੋਂ ਕਿ ਸਾਰੀ ਗਲਤੀ ਮੇਰੀ ਸੀ। ਇਸ ਦੇ ਬਾਵਜੂਦ ਮੈਂ ਆਪਣੇ ਆਪ ਨੂੰ ਦੋਸ਼ੀ ਸਵੀਕਾਰ ਕਿਉਂ ਨਹੀਂ ਕਰ ਸਕੀ। ਮੈਨੂੰ ਆਪਣੀ ਗਲਤੀ ਤੋਂ ਡੇਵਿਡ ਵੱਲੋਂ ਮੇਰੇ ਅਪਮਾਨ ਕਰਨ ਦੀ ਗਲਤੀ ਵੱਡੀ ਲੱਗੀ। ਮੈਨੂੰ ਇਸ ਤਰ੍ਹਾਂ ਲੱਗਿਆ ਕਿ ਮੇਰੇ ਤੋਂ ਤਾਂ ਹੋ ਗਿਆ ਬਸ, ਪਰ ਮੈਨੂੰ ਲੱਗਦਾ ਸੀ ਇਹ ਮੇਰੀ ਉਹ ਲੋੜ ਸੀ ਜਿਸ ਅੱਗੇ ਮੈਂ ਬੇਬਸ ਸੀ। ਪਰ ਮੈਨੂੰ ਉਦੋਂ ਇਹੋ ਮਹਿਸੂਸ ਹੋਇਆ ਕਿ ਡੇਵਿਡ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ। ਮੇਰੇ ਅੰਦਰ ਦੀ ਔਰਤ ਗੰਦੀ ਤੋਂ ਘਟੀਆ ਹੋਣ ਦੇ ਬਾਵਜੂਦ ਵੀ ਆਪਣੀ ਨਜ਼ਰ 'ਚ ਡਿੱਗਣ ਲਈ ਰਾਜ਼ੀ ਨਹੀਂ ਸੀ। ਉਸ ਚੰਗੇ ਬੰਦੇ ਨੂੰ ਮੈਂ ਸਿਰਫ ਆਪਣੀ ਈਗੋ ਨੂੰ ਸੈਟੀਸਫਾਈ ਕਰਨ ਲਈ ਮਾਰ ਦਿੱਤਾ। ਉਦੋਂ ਮੈਂ ਦੇਖ ਹੀ ਨਹੀਂ ਪਾਈ ਕਿ ਮੇਰਾ ਕੀ ਕਸੂਰ ਹੈ। ਮੈਨੂੰ ਸਾਰਾ ਕਸੂਰ ਡੇਵਿਡ ਦਾ ਲੱਗਿਆ, ਪਰ ਹੁਣ ਮੈਨੂੰ ਸਭ ਕੁਝ ਸਾਫ਼ ਹੋ ਰਿਹਾ ਹੈ। ਮੈਨੂੰ ਪਤਾ ਹੈ ਸਭ ਮੇਰੇ ਤੋਂ ਹੋਇਆ ਹੈ। ਡੇਵਿਡ ਨੇ ਸਿਰਫ ਰਿਐਕਟ ਕੀਤਾ। ਇਹ ਸਭ ਮੇਰੇ ਕੀਤੇ ਦਾ ਪ੍ਰਤੀਕਰਮ ਸੀ। ਇਹ ਸਭ ਕਹਿ ਕੇ ਮੈਂ ਆਪਣੀ ਆਤਮਾ ਦੇ ਭਾਰ ਤੋਂ ਮੁਕਤ ਹੋਣਾ ਚਾਹੁੰਦੀ ਹਾਂ। ਹੁਣ ਮੈਨੂੰ ਜਾਣ ਲਈ ਇਜਾਜ਼ਤ ਦੇਵੇ ਤੇ ਪਰਮੇਸ਼ਵਰ ਅੱਗੇ ਮੇਰੇ ਲਈ ਪ੍ਰਾਰਥਨਾ ਕਰੋ ਕਿ ਮੇਰੇ ਮਨ ਨੂੰ ਸ਼ਾਂਤੀ ਦੇਵੇ। ਇਸ ਕਹਾਣੀ ਨੂੰ ਪੜ੍ਹਨ ਬਾਅਦ ਮੈਨੂੰ ਸਿਫਤੀ ਦੀਆਂ ਕਈਆਂ ਗੱਲਾਂ ਯਾਦ ਆਈਆਂ, ਪਰ ਉਹ ਕਦੇ ਵੀ ਆਪਣੀ ਗਲਤੀ ਸਵੀਕਾਰ ਨਹੀਂ ਕਰੇਗੀ। ਸਮਾਂ ਅੱਧੀ ਰਾਤ ਤੋਂ ਬਾਅਦ ਸਵੇਰੇ 4 ਵਜੇ। ਦੋਸਤੋ, ਤੁਸੀਂ ਸੁਣੀ ਕਹਾਣੀ ਤੈਨੂੰ ਵੇਸਵਾ ਹੋਣਾ ਚਾਹੀਦਾ ਸੀ। ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ। ਜੇਕਰ ਇਹ ਕਹਾਣੀ ਵਧੀਆ ਲੱਗੀ, ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਬਿਊਟੀ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ।